ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਰਾਂਗੇ ਪਾਠ 10ਵਾਂ ਪ੍ਰਕਾਸ਼ ਪਰਾਵਰਤਨ ਅਤੇ ਅਪਵਰਤਨ। ਇਸ ਪਾਠ ਦੇ ਅਧਿਆਇ ਦੇ ਅੰਦਰਲੇ ਪ੍ਰਸ਼ਨ ਨੰਬਰ 1, ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ। ਉੱਤਰ, ਅਵਤਲ ਦਰਪਣ ਦੇ ਮੁੱਖ ਧੁਰੇ ਦੇ ਸਮਾਂਤਰ ਪ੍ਰਕਾਸ਼ ਕਿਰਨਾਂ ਦਰਪਣ ਨਾਲ ਟਕਰਾਉਣ ਤੋਂ ਬਾਅਦ ਜਿਸ ਬਿੰਦੂ ਤੇ ਮਿਲਦੀਆਂ ਹਨ ਉਸ ਬਿੰਦੂ ਨੂੰ ਮੁੱਖ ਫੋਕਸ ਕਹਿੰਦੇ ਹਨ। ਪ੍ਰਸ਼ਨ ਨੰਬਰ 2, ਇੱਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 20 ਸੈਂਟੀਮੀਟਰ ਹੈ। ਉਸ ਦੀ ਫੋਕਸ ਦੂਰੀ ਕੀ ਹੋਵੇਗੀ? ਵਕਰਤਾ ਅਰਧ ਵਿਆਸ R ਨਾਲ ਲਿਖਦੇ ਹਾਂ ਆਪਾਂ, ਬਰਾਬਰ 20 ਸੈਂਟੀਮੀਟਰ ਲਿਖਾਂਗੇ। ਫੋਕਸ ਦੂਰੀ F ਬਰਾਬਰ ਹੋ ਗਿਆ R/2 ਯਾਨੀ ਕਿ 20/2 ਬਰਾਬਰ 10 ਸੈਂਟੀਮੀਟਰ। ਪ੍ਰਸ਼ਨ ਨੰਬਰ 3, ਉਸ ਦਰਪਣ ਦਾ ਨਾਮ ਦੱਸੋ ਜੋ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਬਣਾ ਸਕੇ। ਉੱਤਰ, ਅਵਤਲ ਦਰਪਣ। ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ? ਆਪਣਾ ਪ੍ਰਸ਼ਨ ਸੀਗਾ, ਸੋ ਇਹਦਾ ਉੱਤਰ ਹੈਗਾ ਉੱਤਲ ਦਰਪਣ ਸਿੱਧਾ ਪ੍ਰਤੀਬਿੰਬ ਬਣਾਉਂਦੇ ਹਨ, ਛੋਟਾ ਪ੍ਰਤੀਬਿੰਬ। ਇਸ ਦਾ ਜਿਹੜਾ ਖੇਤਰ ਹੈ ਉਹ ਬਹੁਤ ਵੱਡਾ ਹੁੰਦਾ ਹੈ ਕਿਉਂਕਿ ਸਤ੍ਹਾ ਬਾਹਰ ਨੂੰ ਹੁੰਦੀ ਹੈ। ਇਸ ਕਰਕੇ ਆਵਾਜਾਈ ਦੇਖਣ ਲਈ ਡਰਾਈਵਰ ਇਸ ਦਰਪਣ ਸੋ ਵੱਡਾ ਖੇਤਰਫਲ ਹੋਣ ਦੇ ਕਾਰਨ ਡਰਾਈਵਰ ਉੱਤਲ ਦਰਪਣ ਦੀ ਵਰਤੋਂ ਕਰਦੇ ਹਨ। ਪ੍ਰਸ਼ਨ 5, ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ। ਵਕਰਤਾ ਅਰਧ ਵਿਆਸ 32 ਸੈਂਟੀਮੀਟਰ ਹੈ, ਫੋਕਸ ਦੂਰੀ ਹੋ ਜੂਗੀ 32/2 ਜੋ ਕਿ 16 ਸੈਂਟੀਮੀਟਰ ਹੈ, ਕਿਉਂਕਿ ਸਾਨੂੰ ਪਤਾ ਹੈ ਫੋਕਸ ਦੂਰੀ ਹੈ R/2। ਪ੍ਰਸ਼ਨ ਨੰਬਰ 6, ਇੱਕ ਅਵਤਲ ਦਰਪਣ ਆਪਣੇ ਸਾਹਮਣੇ 10 ਸੈਂਟੀਮੀਟਰ ਦੂਰੀ ਉੱਤੇ ਰੱਖੇ ਇੱਕ ਬਿੰਦੂ ਦਾ 3 ਗੁਣਾ ਵੱਡਾ ਪ੍ਰਤੀਬਿੰਬ ਬਣਾਉਂਦੇ ਹਨ। ਪ੍ਰਤੀਬਿੰਬ ਦਰਪਣ ਤੋਂ ਕਿੰਨੀ ਦੂਰੀ ਉੱਤੇ ਹੈ? ਹੁਣ ਦੇਖੋ ਜੀ, ਅਵਤਲ ਦਰਪਣ ਆਪਣੇ ਸਾਹਮਣੇ 10 ਸੈਂਟੀਮੀਟਰ ਉੱਤੇ ਰੱਖੇ ਇੱਕ ਬਿੰਦੂ, ਸੋ ਇਹ U ਬਣ ਗਿਆ ਆਪਣੇ ਕੋਲੇ ਵਸਤੂ ਦੀ ਦੂਰੀ। ਬਿੰਦੂ ਕੀ ਹੈ? ਵਸਤੂ ਹੈ, ਸੋ ਇਹਦੀ ਦੂਰੀ ਕਿੰਨੀ ਹੋਗੀ? 10 ਸੈਂਟੀਮੀਟਰ। ਮਾਈਨਸ ਆਏਗਾ ਕਿਉਂਕਿ ਇਹ ਆਪਣੇ ਸਾਹਮਣੇ ਹੈ। ਇਹ ਅਸੀਂ ਦਰਪਣ ਤੋਂ ਗਿਣਤੀ ਕਰ ਰਹੇ ਹਾਂ ਬਿੰਦੂ ਤੱਕ, ਇਸ ਕਰਕੇ ਮਾਈਨਸ ਆ ਜਾਏਗਾ। ਵੱਡ ਦਰਸ਼ਨ ਕਿੰਨੇ ਗੁਣਾ ਹੋ ਚੁੱਕਾ ਹੈ ਜੀ? 3 ਗੁਣਾ ਹੋ ਚੁੱਕਿਆ ਹੈ, ਸੋ M ਬਰਾਬਰ 3 ਹੋ ਜਾਏਗਾ। ਹੁਣ ਆਪਾਂ ਨੂੰ ਪ੍ਰਤੀਬਿੰਬ ਦੀ ਦੂਰੀ V ਪਤਾ ਕਰਨੀ ਹੈ। ਹੁਣ ਸਾਨੂੰ ਪਤਾ ਹੈ ਵੱਡ ਦਰਸ਼ਨ ਦਾ ਫਾਰਮੂਲਾ ਹੁੰਦਾ ਹੈ ਮਾਈਨਸ ਪ੍ਰਤੀਬਿੰਬ ਦੀ ਦੂਰੀ ਬਟੇ U। ਇੱਥੇ N ਲੱਗ ਰਿਹਾ, ਇਹ U ਹੈ, ਸੋ M ਦੀ ਥਾਂ ਤੇ 3 ਧਰਤਾ, ਮਾਈਨਸ V ਉਸੇ ਤਰ੍ਹਾਂ, ਤੇ ਜਿੱਥੇ U ਹੈ ਉੱਥੇ ਮਾਈਨਸ 10 ਧਰਤਾ, ਸੋ V ਕਿੰਨੀ ਆ ਗਿਆ? 30 ਸੈਂਟੀਮੀਟਰ। ਸੋ ਪ੍ਰਤੀਬਿੰਬ ਕਿੰਨੀ ਦੂਰੀ ਤੇ ਬਣੂਗਾ? 30 ਸੈਂਟੀਮੀਟਰ ਦੀ ਦੂਰੀ ਤੇ ਬਣੇਗਾ। ਅਗਲਾ ਪ੍ਰਸ਼ਨ, ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ? ਸਾਡੇ ਆਪਸ਼ਨ ਹਨ ਮੁੱਖ ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ, ਵਕਰਤਾ ਕੇਂਦਰ ਉੱਤੇ ਜਾਂ ਵਕਰਤਾ ਕੇਂਦਰ ਤੋਂ ਪਰੇ, ਦਰਪਣ ਦੇ ਧਰੂਵ ਅਤੇ ਮੁੱਖ ਫੋਕਸ ਵਿਚਕਾਰ। ਦੇਖੋ ਪ੍ਰਸ਼ਨ ਕੀ ਕਹਿ ਰਿਹਾ? ਵਸਤੂ ਦਾ ਅਵਤਲ ਦਰਪਣ ਦੁਆਰਾ ਬਣਾਇਆ ਪ੍ਰਤੀਬਿੰਬ ਆਭਾਸੀ ਹੈ ਅਤੇ ਵਸਤੂ ਤੋਂ ਵੱਡਾ ਹੈ ਤੇ ਸਿੱਧਾ ਹੈ। ਸੋ
ਇਹ ਦਰਪਣ ਦੇ ਧਰੂਵ ਅਤੇ ਮੁੱਖ ਫੋਕਸ ਦੇ ਵਿਚਕਾਰ ਵਸਤੂ ਦੀ ਸਥਿਤੀ ਹੋਵੇਗੀ। ਦੂਸਰਾ ਪ੍ਰਸ਼ਨ, ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜੇ ਹੋ ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ। ਸੋ ਇਹ ਕੀ ਹੋ ਗਿਆ? ਉੱਤਲ ਬਿਲਕੁਲ ਠੀਕ ਹੈ। ਸੋ ਇਹ ਦਰਪਣ ਉੱਤਲ ਹੈ ਜਾਂ ਫਿਰ ਸਮਤਲ ਦਰਪਣ ਹੈ, हमेशा ही सीधा। अगला प्रश्न नंबर तीसरा, 15 सेंटीमीटर फोकस दूरी ते एक अवतल दर्पण का उपयोग करके असी किसी वस्तु का सीधा प्रतिबिंब बनाना चाहते हाँ। वस्तु तो दर्पण की दूरी की रेंज की होनी चाहिए है? प्रतिबिंब की प्रकृति किहो जिही है? प्रतिबिंब वस्तु तो वड्डा है जां छोटा? इस स्थिति विच प्रतिबिंब बनन दा किरण रेखा चित्र बनाओ। सो अवतल दर्पण द्वारा सीधा प्रतिबिंब बनाउण लई वस्तु तो दर्पण की दूरी की रेंज ध्रुव तो मुख फोकस यानी कि 15 सेंटीमीटर तक होवेगी। प्रतिबिंब आभासी बनेगा, यह वस्तु तो बड़ा बनेगा। ਇਹਦਾ देखो आप चित्र बना के थोड़ा दिता है बेटा। नेक्स्ट अगला प्रश्न, इन्हां विचों किहड़ी स्थिति विच वरते गए दर्पण की किस्म तुसीं दसनी है। किसी कार की हैडलाइट, कार की हैडलाइट विच अवतल दर्पण की वरतों की जाती है क्योंकि अवतल दर्पण मुख फोकस से पए बल्ब का प्रकाश परावर्तित करके समांतर भेजता है, जिस करके प्रकाश वध दूरी तक चला जाता है। वाहन का पिछे या पासे वाला दर्शी दर्पण जिहड़े साइडां ते लग्या हुंदा है, हाँ जी, इन्हां विच असीं उत्तल दर्पण नूं पहल दित्ती है। उत्तल दर्पण नूं क्यों दित्ती है? उत्तल दर्पण दा जिहड़ा वड दा उत्तल दर्पण दा खेतर है वड्डा हुंदा है अते जिस करके जिहड़ी है इसदा खेतर वड्डा होण करके पिछले वाहनां दा जिहड़ा प्रतिबिंब बनदा है वो सीधा अते छोटा बनदा है। सोलर भट्ठी, सूरजी जां सोलर भट्ठी विच अवतल दर्पण की वरतों की जाती है। सूरजी सोलर भट्ठी विच अवतल दर्पण की वरतों करते हाँ क्योंकि अवतल दर्पण सूरज के प्रकाश नूं मुख फोकस तो इकट्ठा करके गर्मी वधा दिंदी है। अगला प्रश्न, 15 सेंटीमीटर फोकस दूरी ते किसी उत्तल दर्पण तो कोई वस्तु 10 सेंटीमीटर दूरी ते रखी गई है। प्रतिबिंब की स्थिति अते प्रकृति पता करो। फोकस दूरी F यानी कि 15 सेंटीमीटर है, दूरी वस्तु की दी हुई है -10 सेंटीमीटर। प्रतिबिंब की दूरी V पता करनी है। आपां दर्पण का फार्मूला लगा दिता, 1/V + 1/U बराबर 1/F। जिथे वैल्यूज U ते F दियां सी भर लांगे, सो साडा 1/V हो जाएगा 1/6। यह लघुत्तम लैके तुसीं इहनूं हल करना है। सो V हुण देखो 1/V बराबर 1/6 है ना, सो इहदा रेसिप्रोकल लै लेना है तो V बराबर 6 सेंटीमीटर। अगला प्रश्न, एक समतल दर्पण द्वारा पैदा होया वड दर्शन +1 है, इसका की अर्थ है? इसका अर्थ बेटा की हैगा कि जड़ा दर्पण द्वारा बनाया गया प्रतिबिंब है उसका आकार वस्तु के आकार के बराबर हुंदा है। जड़ा प्लस यानी धनात्मक साइन है वो अपन दस रहा भी अपना दर्पण केड़ा हैगा। सो इत्थे केड़ा हैगा? समतल दर्पण। ते प्रतिबिंब की है? आभासी। 5 सेंटीमीटर लंबाई की कोई वस्तु 30 सेंटीमीटर वक्रता अर्ध व्यास
ਤੇ ਕਿਸੇ ਉੱਤਲ ਦਰਪਣ ਦੇ ਸਾਹਮਣੇ 20 ਸੈਂਟੀਮੀਟਰ ਦੂਰੀ ਉੱਤੇ ਰੱਖੀ ਗਈ ਹੈ। ਦੇਖੋ ਵਸਤੂ ਦੀ ਲੰਬਾਈ ਦੇਤੀ ਇਹਨਾਂ ਨੇ ਆਪਾਂ ਨੂੰ 5 ਸੈਂਟੀਮੀਟਰ, ਅਰਧ ਵਿਆਸ ਦਿੱਤਾ ਹੋਇਆ ਆਪਾਂ ਨੂੰ 30 ਸੈਂਟੀਮੀਟਰ। ਸੋ ਫੋਕਸ ਦੂਰੀ ਕੱਢ ਲਓਗੇ ਅਰਧ ਵਿਆਸ ਬਟੇ 2 ਯਾਨੀ ਕਿ 15 ਸੈਂਟੀਮੀਟਰ ਆ ਗਿਆ। ਅੱਗੇ ਇਹਨਾਂ ਨੇ ਵਸਤੂ ਦੀ ਦੂਰੀ ਦਿੱਤੀ ਹੋਈ ਹੈ ਜੋ ਕਿ 20 ਸੈਂਟੀਮੀਟਰ ਹੈ। प्रतिबिंब की दूरी पता करनी है, प्रतिबिंब का आकार पता करना है, फिर दर्पण फार्मूला लग गया 1/v प्लस 1/u बराबर 1/f। ਜਿਹੜਾ ਆਪਾਂ u ਦੇ ਨਾਲ ਮਾਈਨਸ ਸਾਈਨ ਪਾਇਆ ਹੈਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਜੇ ਆਪਾਂ ਦਰਪਣ ਤੋਂ ਮਾਪਦੇ ਹਾਂ ਦਰਪਣ ਤੋਂ ਤਾਂ ਮਾਈਨਸ ਸਾਈਨ ਲੱਗ ਜਾਏਗਾ। ਸੋ ਇਹਦੇ ਵਿੱਚ ਆਪਾਂ 1/v ਜਿਹੜੀ ਹੈਗੇ ਆ ਉੱਤਰ ਲੱਭ ਲਿਆ ਆਪਾਂ 7/60। ਇਹ ਵੀ ਲਘੁੱਤਮ ਲੈ ਕੇ ਕਰਨਾ ਹੈ। ਸੋ 20 ਆ ਗਿਆ 60/7। 1/20 ਕਿਵੇਂ ਆਇਆ ਸੀ 7/60 ਤੇ 20 ਉਹਦਾ ਰੈਸੀਪ੍ਰੋਕਲ 60/7 ਸੈਂਟੀਮੀਟਰ। ਵੱਡ ਦਰਸ਼ਨ ਨੂੰ ਸਾਨੂੰ ਪਤਾ ਹੈ h ਡੈਸ਼ ਬਟੇ h। h ਡੈਸ਼ ਦਾ ਮਤਲਬ ਹੁੰਦਾ ਹੈ ਪ੍ਰਤੀਬਿੰਬ ਦੀ ਹਾਈਟ ਤੇ h ਵਸਤੂ ਦੀ ਹਾਈਟ ਬਰਾਬਰ -v/u। ਸੋ h ਡੈਸ਼ ਆ ਗਿਆ ਤੁਹਾਡੇ ਕੋਲੇ 2.2 सेंटीमीटर। अगला प्रश्न, सो अगला प्रश्न ਤੁਹਾਨੂੰ ਨੈਕਸਟ ਵੀਡੀਓ ਵਿੱਚ ਦਵਾਂਗੇ। ਛੋਟੀ ਜੀ ਵੀਡੀਓ ਬਣਾਈ ਹੈ ਤਾਂ ਜੋ ਤੁਸੀਂ ਘੱਟ ਸਮਾਂ ਪਾ ਕੇ ਇਹ ਪ੍ਰਸ਼ਨ ਉੱਤਰ ਬੜੇ ਸੋਹਣੇ ਤਰੀਕੇ ਦੇ ਨਾਲ ਸੁਣ ਸਕੋ, ਆਪਣੀ ਪੱਕੀ ਕਾਪੀਆਂ ਤੇ ਲਿਖ ਸਕੋ ਤੇ ਯਾਦ ਕਰ ਸਕੋ। इस वीडियो ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੁਹਰਾਈ ਕਰੋ ਬੇਟਾ। ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ।